ਕੋਈ ਵੀ ਬੰਦਾ ਜੋ ਕ੍ਰੀਏਟਿਵ ਹੈ ਜਾਂ ਕ੍ਰੀਏਟਿਵ ਰਾਈਟਿੰਗ ਨਾਲ ਜਾਂ ਕਿਸੇ ਵੀ ਕ੍ਰੀਏਟਿਵ ਫੀਲਡ ਨਾਲ ਜਿਹੜਾ ਨਾਤਾ ਰੱਖਦਾ ਹੈ, ਉਹ ਕਿਤੇ ਨਾ ਕਿਤੇ ਬਹੁਤ ਅਬਜ਼ਰਵ ਕਰਦਾ ਆਪਣੇ ਆਲੇ ਦੁਆਲੇ ਨੂੰ। ਉਹਦੇ ਕੋਲ ਜਿਹੜਾ ਮਟੀਰੀਅਲ ਹੈ, ਜੋ ਉਹਦੇ ਕੋਲੇ ਆਈਡੀਆਜ਼ ਨੇ, ਉਹ ਤਾਂ ਉਹਦੇ ਆਲੇ ਦੁਆਲੇ ਤੋਂ ਆਉਂਦੇ ਨੇ। ਉਹਦੀ ਲਾਈਫ ਦੇ ਵਿੱਚ ਉਹ ਕਿਸ ਤਰੀਕੇ ਨਾਲ ਵਿਚਰਦਾ, ਉੱਥੋਂ ਆਉਂਦੇ ਨੇ, ਹੈ ਨਾ। ਇਟਸ ਨਾਟ ਜਸਟ ਕਿ ਚੀਜ਼ਾਂ ਤੁਹਾਡੇ ਨਾਲ ਹੋਣ ਤਾਂ ਅਸੀਂ ਤਾਂ ਹੀ ਫੀਲ ਕਰਦੇ ਹਾਂ, ਹੈ ਨਾ। ਇੱਕ ਰਾਈਟਰ ਜਾਂ ਇੱਕ ਲੇਖਕ ਜਾਂ ਕੋਈ ਵੀ ਬੰਦਾ ਜਿਹੜਾ ਲਿਖਦਾ ਹੈ ਜਾਂ ਕੁਛ ਪ੍ਰੋਡਿਊਸ ਕਰਦਾ ਹੈ ਨਾ ਕ੍ਰੀਏਟਿਵ, ਤਾਂ ਮੈਨੂੰ ਲੱਗਦਾ ਕਿ ਉਹਦੇ 'ਚ ਜਿਹੜੀ ਇਹ ਫੀਲ ਕਰਨ ਦੀ ਕਪੈਸਿਟੀ ਹੈ, ਸਟਰੈਂਥ ਆ, ਉਹ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਵਜ੍ਹਾ ਕਰਕੇ ਉਹ ਚੀਜ਼ਾਂ ਨੂੰ ਪਰਦੇ 'ਤੇ ਜਾਂ ਮਤਲਬ ਆਪਣੇ ਪੇਜ 'ਤੇ ਉਤਾਰ ਪਾਉਂਦਾ ਹੈ। ਸਿਰਫ ਜੈਂਡਰ ਦੀ ਗੱਲ ਨਹੀਂ ਹੁੰਦੀ ਕਿ ਮੁੰਡੇ ਹੀ ਕੁੜੀਆਂ ਨਾਲ ਗਲਤ ਕਰਦੇ ਨੇ, ਕੁੜੀਆਂ ਵੀ ਕੁੜੀਆਂ ਨਾਲ ਗਲਤ ਕਰਦੀਆਂ ਨੇ, ਮੁੰਡੇ ਵੀ ਮੁੰਡਿਆਂ ਨਾਲ ਗਲਤ ਕਰਦੇ। ਤਾਂ ਇਹ ਕਰੈਕਟਰਸ ਨੇ ਨਾ। ਮੇਰੇ ਨਾਨਾ ਜੀ ਸੀਗੇ, ਮੇਰੀ ਮਦਰ ਸੀਗੀ, ਉਹ ਮੈਨੂੰ ਬਹੁਤ ਛੋਟੇ ਹੁੰਦਿਆਂ ਬਹੁਤ ਗੱਲਾਂ ਸਮਝਾਉਣੀਆਂ ਹੁੰਦੀਆਂ ਸੀ, ਤਾਂ ਫੋਕ ਟੇਲਸ ਦੇ ਵਿੱਚੋਂ ਕਰੈਕਟਰਸ ਬਣਾ ਕੇ, ਸਟੋਰੀਜ਼ ਬਣਾ ਕੇ ਦੱਸਦੇ, ਜੋ ਮੈਨੂੰ ਬਹੁਤ ਇੰਟਰਸਟਿੰਗ ਲੱਗਦਾ ਸੀ ਕਿ ਕਿੰਨੀ ਇੰਟਰਸਟਿੰਗ ਫਾਰਮ ਹੈ ਨਾ, ਕਿ ਸਟੋਰੀ ਦੇ ਵਿੱਚ ਤੁਸੀਂ ਕਿੰਨਾ ਕੁਝ ਕਹਿ ਸਕਦੇ ਹੋ, ਹੈ ਨਾ। ਇਹਦੀ ਕਿੰਨੀ ਸਕੋਪ ਹੈ। ਦਾਦੂ ਜਿਹੜੇ ਸੀਗੇ, ਉਹਨਾਂ ਨੇ ਹਰ ਟਾਈਮ 'ਤੇ ਮੈਨੂੰ ਗਾਈਡ ਕੀਤਾ। ਉਹਨਾਂ ਦੀਆਂ ਇਨਸਾਈਟਸ, ਉਹਨਾਂ ਦੇ ਸੁਜੈਸ਼ਨਸ ਮੇਰੇ ਲਈ ਬਹੁਤ ਇੰਪੋਰਟੈਂਟ ਸੀਗੇ, ਹੈ ਨਾ। ਅਸੀਂ ਇੱਕ ਸੀਨ ਬੈਠ ਕੇ ਡਿਸਕਸ ਕੀਤਾ, ਇੱਕ ਸੀਨ 'ਤੇ ਕੰਮ ਕੀਤਾ। ਤਾਂ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਮੇਰੀ ਬਹੁਤ ਹੈਲਪ ਕੀਤੀ ਹੈ। ਦਾਦੂ ਨੇ ਮੇਰੀ ਕਾਫੀ ਹੈਲਪ ਕੀਤੀ, ਉਹ ਮੈਨੂੰ ਬਹੁਤ, ਉਹਨਾਂ ਨੇ ਮੈਨੂੰ ਗਾਈਡ ਕੀਤਾ। ਤੁਹਾਡੇ ਹੱਥ 'ਚ ਫਿਊਚਰ ਹੈ ਨਾ। ਉਹ ਛੋਟੇ ਬੱਚੇ ਆ ਜਿਹੜੇ, ਉਹਨਾਂ ਨੇ ਅੱਗੇ ਜਾ ਕੇ ਸਾਡੇ ਸਮਾਜ 'ਚ ਕੰਟਰੀਬਿਊਟ ਕਰਨਾ, ਹੈ ਨਾ। ਤਾਂ ਤੁਸੀਂ ਸਿਰਫ ਇਸ ਕਰਕੇ ਪ੍ਰੋਫੈਸ਼ਨ ਚੂਜ਼ ਨਹੀਂ ਕਰਨਾ ਕਿ ਤੁਹਾਨੂੰ ਇੱਕ ਮੰਥਲੀ ਇਨਕਮ ਆਊਗੀ, ਤੁਹਾਨੂੰ ਪੈਸੇ ਆਉਣਗੇ। ਨੋ, ਜੇ ਤੁਹਾਡੇ 'ਚ ਉਹ ਡੈਡੀਕੇਸ਼ਨ, ਤੁਸੀਂ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹੋ, ਤੁਸੀਂ ਉਹਨਾਂ 'ਚ ਕੁਛ ਨਾ ਕੁਛ ਐਸਾ ਉਹਨਾਂ ਦੇ ਕਰੈਕਟਰਸ ਬਿਲਡ ਕਰਨਾ ਚਾਹੁੰਦੇ ਹੋ ਜਿਹੜੇ ਸੋਸਾਇਟੀ 'ਚ ਕੁਛ ਅੱਛਾ ਕੰਟਰੀਬਿਊਟ ਕਰਨ, ਤਾਂ ਤੁਸੀਂ ਤਾਂ ਹੀ ਕਰੋ। ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਫਿਲਮ ਆ ਰਹੀ ਹੈ ਕਲੀ ਜੋਟਾ, ਤੇ ਫਿਲਮ ਦੇ ਰਾਈਟਰ ਹਰਿੰਦਰ ਕੌਰ ਸਾਡੇ ਨਾਲ ਨੇ। ਪਹਿਲਾਂ ਇਹਨਾਂ ਦੇ ਬਹੁਤ ਸਾਰੇ ਗੀਤ ਫਿਲਮਾਂ 'ਚ ਜਿਹੜੇ ਸੁਣਨ ਨੂੰ ਮਿਲੇ ਆ, ਤੇ ਫਿਲਮ ਹੁਣ ਲੈ ਕੇ ਆਏ ਨੇ ਕਲੀ ਜੋਟਾ। ਮੈਡਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਕਲੀ ਜੋਟਾ ਹੈ ਕੀ ਅਸਲ 'ਚ? ਕਲੀ ਝੂਟਾ ਫਿਲਮ ਹੈ ਵੈਸੇ ਤਾਂ। ਫਿਲਮ ਦਾ ਟਾਈਟਲ ਹੈ, ਫਿਲਮ ਦਾ ਨਾਮ ਹੈ। ਬਟ ਇਹ ਅਸੀਂ ਇੱਕ ਜਿਹੜੀ ਗੇਮ ਹੁੰਦੀ ਹੈ ਨਾ, ਆਪਾਂ ਬਚਪਨ 'ਚ ਖੇਡਦੇ ਸੀ ਸਾਰੇ, ਕਲੀ ਜੋਟਾ, ਕਿ ਕਲੀ ਹੋਊਗੀ ਕਿ ਜੋਟਾ ਹੋਊਗਾ, ਦੂਸਰਾ ਬੰਦਾ ਬੁੱਝਦਾ ਸੀ, ਹੈ ਨਾ। ਉਵੇਂ ਹੀ ਇਹ ਸਾਡੇ ਕਰੈਕਟਰ, ਸਾਡੀ ਸਟੋਰੀ ਦੀਆਂ ਸਿਚੁਏਸ਼ਨਸ ਨੇ, ਹੈ ਨਾ, ਜਿਨ੍ਹਾਂ ਨੂੰ ਅਸੀਂ, ਸਾਡੇ ਦਰਸ਼ਕ ਵੀ, ਸਾਡੇ ਕਰੈਕਟਰਸ ਵੀ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ, ਕਿ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਆ। ਬਟ ਉੱਦਾਂ ਦਾ ਹੁੰਦਾ ਨਹੀਂ, ਕਦੇ ਹੁੰਦਾ ਕਦੇ ਨਹੀਂ ਹੁੰਦਾ। ਤਾਂ ਉਹ ਜ਼ਿੰਦਗੀ ਦੀ ਜਿਹੜੀ ਗੇਮ ਹੈ, ਉਹ ਕਲੀ ਜੋਟੇ ਵਾਂਗ ਚੱਲਦੀ ਹੈ, ਹੈ ਨਾ। ਉਵੇਂ ਸਾਡੇ ਕਰੈਕਟਰਸ ਦੀ ਜਿਹੜੀ ਲਾਈਫ ਆ, ਉਹਨਾਂ ਦੀ ਜਰਨੀ ਆ, ਉਹ ਇਸੇ ਤਰੀਕੇ ਨਾਲ ਚੱਲਦੀ ਆ ਕਿ ਕਲੀ ਹੋਊਗੀ ਜੋਟਾ ਹੋਊਗਾ, ਜਾਂ ਜਿਵੇਂ ਉਹ ਸੋਚਦੇ ਉਵੇਂ ਹੋਊਗਾ ਜਾਂ ਨਹੀਂ ਹੋਊਗਾ, ਹੈ ਨਾ। ਇਸੇ ਅਨਪ੍ਰੈਡਿਕਟੇਬਿਲਿਟੀ ਬਾਰੇ ਹੈ, ਅਨਸਰਟੇਨਟੀ ਬਾਰੇ ਹੈ। ਬਹੁਤ ਬਹੁਤ ਖੂਬ ਜਿਹੜਾ ਤੁਸੀਂ ਇਹ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਕਰਦਾ। ਹੁਣ ਗੱਲ ਆਉਂਦੀ ਹੈ ਫਿਲਮ ਨੂੰ ਲੈ ਕੇ, ਕਿ ਸਟੋਰੀ ਜਿਸ ਤਰ੍ਹਾਂ ਟ੍ਰੇਲਰ 'ਚ ਨਜ਼ਰ ਆਉਂਦੀ ਹੈ ਕਿ ਇੱਕ ਲੜਕੀ ਹੈ, ਕਿਸ ਤਰੀਕੇ ਨਾਲ ਉਹ ਵੱਖ-ਵੱਖ ਸਿਚੁਏਸ਼ਨ 'ਚ ਗੁਜ਼ਰਦੀ ਹੈ, ਜਾਂ ਕੰਮ 'ਤੇ ਜਾਂਦੀ ਹੈ, ਜਾਂ ਪੜ੍ਹਦੀ ਹੈ, ਜਾਂ ਕਿਤੇ ਵੀ ਕੁਛ ਕਰਦੀ ਹੈ। ਕਿਵੇਂ ਆਈਡੀਆ ਆਇਆ ਦਿਮਾਗ ਦੇ ਵਿੱਚ ਵੀ ਇਹ ਚੀਜ਼ ਵੀ ਜਿਹੜੀ ਆ ਉਹ ਪਰਦੇ 'ਤੇ ਲੈ ਕੇ ਆਉਣੀ ਚਾਹੀਦੀ? ਦੇਖੋ, ਮੈਨੂੰ ਲੱਗਦਾ ਕੋਈ ਵੀ ਬੰਦਾ ਜੋ ਕ੍ਰੀਏਟਿਵ ਹੈ ਜਾਂ ਕ੍ਰੀਏਟਿਵ ਰਾਈਟਿੰਗ ਨਾਲ ਜਾਂ ਕਿਸੇ ਵੀ ਕ੍ਰੀਏਟਿਵ ਫੀਲਡ ਨਾਲ ਜਿਹੜਾ ਨਾਤਾ ਰੱਖਦਾ, ਉਹ ਕਿਤੇ ਨਾ ਕਿਤੇ ਬਹੁਤ ਅਬਜ਼ਰਵ ਕਰਦਾ ਆਪਣੇ ਆਲੇ ਦੁਆਲੇ ਨੂੰ। ਉਹਦੇ ਕੋਲ ਜਿਹੜਾ ਮਟੀਰੀਅਲ ਹੈ, ਜੋ ਉਹਦੇ ਕੋਲੇ ਆਈਡੀਆਜ਼ ਨੇ, ਉਹ ਤਾਂ ਉਹਦੇ ਆਲੇ ਦੁਆਲੇ ਤੋਂ ਆਉਂਦੇ ਨੇ। ਉਹਦੀ ਲਾਈਫ ਦੇ ਵਿੱਚ ਉਹ ਕਿਸ ਤਰੀਕੇ ਨਾਲ ਵਿਚਰਦਾ, ਉੱਥੋਂ ਆਉਂਦੇ ਨੇ, ਹੈ ਨਾ। ਤਾਂ ਇਹ ਆਈਡੀਆ ਵੀ ਮੈਨੂੰ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਮੈਂ ਦੇਖੀਆਂ, ਤਾਂ ਉਹ ਇਨਸੀਡੈਂਟਸ ਜਿਹੜੇ ਮੈਨੂੰ ਲੱਗਦਾ ਸੀ ਜਿਨ੍ਹਾਂ 'ਤੇ ਗੱਲ ਹੋਣੀ ਚਾਹੀਦੀ ਹੈ ਨਾ, ਤਾਂ ਉਹਨਾਂ ਬਾਰੇ ਹੈ। ਅਤੇ ਇਹਦੇ 'ਚ ਸਪੈਸੀਫਿਕਲੀ ਮੈਂ ਕਹਿਣਾ ਚਾਹੂੰਗੀ ਕਿ ਇਹ ਆਈਡੀਆ ਜਦੋਂ ਮੇਰੇ ਮਾਇੰਡ ਦੇ ਵਿੱਚ ਸਟੱਕ ਕੀਤਾ ਸੀਗਾ, ਤਾਂ ਉਹ ਇਹੀ ਸੀ ਕਿ ਮੈਂ ਕਿਸੇ ਦੀ ਕੰਡੀਸ਼ਨ ਇਸ ਤਰੀਕੇ ਦੀ ਦੇਖੀ ਸੀ ਕਿ ਮੈਨੂੰ ਲੱਗਿਆ ਕਿ ਇਹਨੂੰ ਕਹਾਣੀ ਦੇ ਰੂਪ ਦੇ ਵਿੱਚ ਪੇਸ਼ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਤਾਂ ਉਸ ਚੀਜ਼ ਨੇ ਮੈਨੂੰ ਇਨਸਪਾਇਰ ਕੀਤਾ ਸੀ ਕਿ ਮੈਂ ਇਹਦੇ 'ਤੇ ਪਲਾਟ ਬਣਾਵਾਂ, ਅੱਗੇ ਇਹਨੂੰ ਕ੍ਰੀਏਟ ਕੀ ਕਰਾਂ। ਹੁੰਦਾ ਕਿ ਇੱਕ ਤਾਂ ਹੁੰਦਾ ਅਸੀਂ ਦੂਜੇ ਨੂੰ ਦੇਖਦੇ ਹਾਂ, ਕਈ ਵਾਰ ਖੁਦ ਵੀ ਹੰਡਾਉਂਦੇ ਹਾਂ। ਜਦ ਅਸੀਂ ਖੁਦ ਹੰਡਾਉਂਦੇ ਹਾਂ ਤਾਂ ਉਹ ਜ਼ਿਆਦਾ ਜਿਹੜੀ ਮਜ਼ਬੂਤੀ ਨਜ਼ਰ ਆਉਂਦੀ ਆ। ਕਦੇ ਹੋਇਆ ਕੁਛ ਐਸਾ? ਕਦੇ ਕੁਛ? ਨਹੀਂ ਨਹੀਂ, ਬਹੁਤ ਚੀਜ਼ਾਂ ਹੁੰਦੀਆਂ ਨੇ ਐਜ਼ ਏ ਗਰਲ। ਮੈਨੂੰ ਲੱਗਦਾ ਕਿ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਅਬਜ਼ਰਵ ਵੀ ਕਰਦੇ ਹਾਂ ਨਾ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਸੀਂ ਫੀਲ ਕਰਦੇ ਹਾਂ। ਇਟਸ ਨਾਟ ਜਸਟ ਕਿ ਚੀਜ਼ਾਂ ਤੁਹਾਡੇ ਨਾਲ ਹੋਣ ਤਾਂ ਅਸੀਂ ਤਾਂ ਹੀ ਫੀਲ ਕਰਦੇ ਹਾਂ, ਹੈ ਨਾ। ਇੱਕ ਰਾਈਟਰ ਜਾਂ ਇੱਕ ਲੇਖਕ ਜਾਂ ਕੋਈ ਵੀ ਬੰਦਾ ਜਿਹੜਾ ਲਿਖਦਾ ਹੈ ਜਾਂ ਕੁਛ ਪ੍ਰੋਡਿਊਸ ਕਰਦਾ, ਹੈ ਨਾ, ਕ੍ਰੀਏਟਿਵ, ਤਾਂ ਮੈਨੂੰ ਲੱਗਦਾ ਕਿ ਉਹਦੇ 'ਚ ਜਿਹੜੀ ਇਹ ਫੀਲ ਕਰਨ ਦੀ ਕਪੈਸਿਟੀ ਹੈ, ਸਟਰੈਂਥ ਆ, ਉਹ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਵਜ੍ਹਾ ਕਰਕੇ ਉਹ ਚੀਜ਼ਾਂ ਨੂੰ ਪਰਦੇ 'ਤੇ ਜਾਂ ਮਤਲਬ ਆਪਣੇ ਪੇਜ 'ਤੇ ਉਤਾਰ ਪਾਉਂਦਾ, ਹੈ ਨਾ। ਤਾਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਮੇਰੇ ਨਾਲ ਵੀ ਹੋਈਆਂ ਹੋਣਗੀਆਂ, ਜਾਂ ਹੋਰ ਕੁੜੀਆਂ ਨਾਲ ਹੁੰਦਿਆਂ ਮੈਂ ਦੇਖਦੀ ਸੀਗੀ, ਹੋਰ ਮੁੰਡਿਆਂ ਨਾਲ ਹੁੰਦਿਆਂ ਦੇਖਦੀ ਸੀਗੀ। ਤਾਂ ਇਹ ਉਹ ਚੀਜ਼ ਹੈ ਕਿ ਜਿੱਥੇ ਤੁਸੀਂ ਖੁਦ ਨੂੰ ਵੀ ਰੱਖ ਕੇ ਦੇਖਦੇ ਹੋ, ਹੈ ਨਾ, ਕਿ ਕ੍ਰੀਏਟਿਵ ਬੰਦਾ ਆਪਣੇ ਆਪ ਨੂੰ ਉੱਥੇ ਆਪਣੇ ਆਪ ਫਿੱਟ ਕਰ ਲੈਂਦਾ।
ਕਿਵੇਂ ਵੀ ਜੇ ਕੁਝ ਮੇਰੇ ਨਾਲ ਇਦਾਂ ਦਾ ਹੋਇਆ ਹੋਵੇ ਜਾਂ ਕਿਸੇ ਨਾਲ ਕਿਵੇਂ ਹੋ ਸਕਦਾ ਇਦਾਂ ਦਾ, ਹਨਾ, ਤਾਂ ਅਸੀਂ ਇਮੇਜਿਨ ਕਰਦੇ ਹਾਂ। ਖੂਬੀ ਤੁਸੀਂ ਗੱਲ ਕਹੀ ਹੈ ਕਿ ਅਸੀਂ ਹੁਣ ਤੱਕ ਜਿੰਨੇ ਵੀ ਜਿਹਨਾਂ ਨਾਲ ਇੰਟਰਵਿਊ ਕਰਦੇ ਹਾਂ, ਹਰ ਕੋਈ ਕਹਿੰਦੇ ਉਹ ਹਰ ਲੜਕੀ ਦੇ ਉੱਤੇ ਹੀ ਗੱਲ ਆਉਂਦੀ ਸੀ, ਪਰ ਇੱਕ ਗੱਲ ਖੂਬੀ ਕਹੀ ਹੈ ਕਿ ਮੁੰਡੇ ਵੀ ਇਸ ਦੇ ਵਿੱਚ ਗੁਜ਼ਰਦੇ ਆ ਉਹਨਾਂ 'ਚ। ਆਬਵੀਅਸਲੀ ਕਿਉਂਕਿ ਮੁੰਡਿਆਂ ਲਈ ਵੀ ਆਪਣੇ ਤਰ੍ਹਾਂ ਦੀਆਂ ਦਿੱਕਤਾਂ ਨੇ, ਹਨਾ, ਇਹ ਐਸਾ ਨਹੀਂ ਹੈ ਕਿ ਸਾਡਾ ਸਮਾਜ ਸਿਰਫ ਇੱਕ ਤਰ੍ਹਾਂ ਦੇ ਕੁਝ ਲੋਕਾਂ ਲਈ ਕਰੂਅਲ ਹੈ, ਇਹ ਮਤਲਬ ਮੁੰਡਿਆਂ ਨਾਲ ਵੀ ਬਹੁਤ ਸਾਰਾ ਇਨਜਸਟਿਸ ਹੁੰਦਾ ਹੈ, ਉਹਨਾਂ ਦੀਆਂ ਵੀ ਆਪਣੀਆਂ ਸਟੋਰੀਜ਼ ਹੁੰਦੀਆਂ ਨੇ, ਉਹ ਵੀ ਬਹੁਤ ਸਫਰ ਕਰਦੇ ਆ, ਹਨਾ। ਤਾਂ ਇਹਦੇ 'ਚ ਵੀ ਸਾਡੇ ਫਿਲਮ ਦੇ ਵਿੱਚ ਵੀ ਹਰ ਤਰ੍ਹਾਂ ਦਾ ਕਰੈਕਟਰ ਹੈ, ਇਹ ਨਹੀਂ ਹੈ ਕਿ ਇੱਕ ਬਲੈਕ ਔਰ ਵਾਈਟ ਕਰੈਕਟਰ ਨੇ, ਹਨਾ, ਗ੍ਰੇ ਸ਼ੇਡ ਦੇ ਕਰੈਕਟਰ ਵੀ ਨੇ, ਹਰੇਕ ਤਰ੍ਹਾਂ ਦਾ ਕਰੈਕਟਰ ਹੈ, ਜਿਹੜੇ ਇਗਨੋਰੈਂਟ ਨੇ, ਉਹ ਇੰਟੈਂਸ਼ਨਲੀ ਕੁਝ ਬੁਰਾ ਨਹੀਂ ਕਰਨਾ ਚਾਹੁੰਦੇ, ਬਟ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ, ਉਹ ਸਮਾਜ ਦਾ ਹਿੱਸਾ ਬਣ ਕੇ ਉਸ ਤਰੀਕੇ ਨਾਲ ਕਰਦੇ ਨੇ, ਹਨਾ। ਚੰਗੇ ਕਿਰਦਾਰ ਵੀ ਨੇ, ਬਟ ਉਹ ਕੁਝ ਕਰ ਨਹੀਂ ਪਾਉਂਦੇ, ਉਹ ਮਜਬੂਰ ਹੁੰਦੇ ਨੇ ਆਪਦੇ ਹਾਲਾਤਾਂ ਤੋਂ। ਤਾਂ ਇਹ ਸਿਚੁਏਸ਼ਨਸ ਹੁੰਦੀਆਂ ਨੇ ਕਿ ਹਰ ਇੱਕ ਬੰਦਾ ਸਾਡੀ ਸੁਸਾਇਟੀ ਦੇ ਵਿੱਚ ਇੱਕ ਸਿਚੁਏਸ਼ਨ 'ਤੇ ਖੜਾ ਹੈ ਜਿੱਥੇ ਉਹ ਸਭ ਕੁਝ ਠੀਕ ਨਹੀਂ ਕਰ ਸਕਦਾ, ਕਿ ਚੀਜ਼ਾਂ ਸਾਡੇ ਨਾਲ ਸਿਚੁਏਸ਼ਨਸ ਵਾਪਰਦੀਆਂ ਹੀ ਇਸ ਤਰੀਕੇ ਨੇ ਕਿ ਕਈ ਵਾਰ ਉਹਦੇ 'ਚ ਸਿਰਫ ਜੈਂਡਰ ਦੀ ਗੱਲ ਨਹੀਂ ਹੁੰਦੀ ਕਿ ਮੁੰਡੇ ਹੀ ਕੁੜੀਆਂ ਨਾਲ ਗਲਤ ਕਰਦੇ ਨੇ, ਕੁੜੀਆਂ ਵੀ ਕੁੜੀਆਂ ਨਾਲ ਗਲਤ ਕਰਦੀਆਂ ਨੇ, ਮੁੰਡੇ ਵੀ ਮੁੰਡਿਆਂ ਨਾਲ ਗਲਤ ਕਰਦੇ, ਤਾਂ ਇਹ ਕੈਰੈਕਟਰਸ ਨੇ ਸਾਡੀ ਸੁਸਾਇਟੀ 'ਚ ਜਿਹੜੇ ਦੋਨਾਂ ਜੈਂਡਰਸ ਦੇ ਵਿੱਚ ਚੰਗੇ ਬੁਰੇ ਪਏ ਨੇ। ਠੀਕ ਹੈ, ਸਟੋਰੀ ਇੱਕ ਆਈਡੀਆ ਸੀ ਵੀ ਇਸ ਤਰੀਕੇ ਨਾਲ ਹੁੰਦੀ ਹੈ ਘਟਨਾ ਤੇ ਇਹਨੂੰ ਆਪਾਂ ਪਰਦੇ ਉਤਾਰਨਾ, ਕੀ ਚੈਲੰਜ ਰਿਹਾ, ਕਿਵੇਂ ਫਿਰ ਐਡੀ ਸਟੋਰੀ ਆ ਜਿਹੜੀ ਕੁਛ ਇਹ ਤਾਂ ਹੈ ਨਹੀਂ ਵੀ 1 ਮਿੰਟ ਦੀ ਗੱਲ ਕਹਿਣੀ ਸੀ, ਇੱਕ ਗਾਣਾ ਇਸ ਤਰੀਕੇ ਨਾਲ ਇੱਕ ਗੀਤ ਹੁੰਦਾ ਹੈ ਕਿ 5-7 ਮਿੰਟ ਚ ਕਹੇਗਾ, ਕਿਵੇਂ ਹੋਇਆ ਫਿਰ ਇਹ ਸਾਰਾ? ਐਕਚੁਅਲੀ ਇਹ ਸਟੋਰੀ 3-4 ਸਾਲ ਮੇਰੇ ਮਾਈਂਡ 'ਚ ਪਈ ਰਹੀ, ਬਟ ਮੈਂ ਸੋਚਦੀ ਸੀ ਕਿ ਇਹਨੂੰ ਕਿਵੇਂ ਕਿਹਾ ਜਾਣਾ ਚਾਹੀਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਇਹਨੂੰ ਮੈਂ ਇੱਕ ਇਹਦੇ 'ਚ ਨੈਰੇਟਿਵ ਵਾਲਾ ਜਿਹੜਾ ਇੱਕ ਪ੍ਰੋਪਰ ਜਿਹੜਾ ਹੈਗਾ ਇਹਦੇ 'ਚ ਐਲੀਮੈਂਟਸ ਨੇ, ਤਾਂ ਮੈਨੂੰ ਲੱਗਦਾ ਸੀ ਕਿ ਬਹੁਤ ਅੱਛੀ ਫਿਲਮ ਬਣ ਸਕਦੀ ਹੈ, ਹਨਾ। ਬਟ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹਨੂੰ ਕਿਵੇਂ ਪੋਸੀਬਲ ਕਰਾਂ, ਕਿਉਂਕਿ ਉਹਦੇ ਲਈ ਤੁਹਾਨੂੰ ਬਹੁਤ ਸਾਰੇ ਰਿਸੋਰਸਿਸ ਚਾਹੀਦੇ ਨੇ, ਐਕਟਰਸ ਚਾਹੀਦੇ ਨੇ, ਹਨਾ। ਤਾਂ ਬਟ ਮੇਰੇ ਮਾਈਂਡ 'ਚ ਸੀ ਕਿ ਮੈਂ ਕਦੇ ਨਾ ਕਦੇ ਤੇ ਸ਼ਾਰਟ ਫਿਲਮ ਬਣਾਵਾਂ, ਜਾਂ ਮਤਲਬ ਕਦੇ ਨਾ ਮੇਰੇ ਕੋਲੇ ਰਿਸੋਰਸਿਸ ਹੋਣ, ਮੈਂ ਇਹਨੂੰ ਫਿਲਮ ਜ਼ਰੂਰ ਬਣਾਉਂਗੀ, ਹਨਾ। ਬਟ ਉਹੀ ਹੋਇਆ ਕਿ ਕੋਇਨਸੀਡੈਂਸ ਹੁੰਦੇ ਆ ਤੁਹਾਡੀ ਲਾਈਫ 'ਚ ਨਾ, ਜਿਸ ਸਟੋਰੀ ਨੇ ਜਿੱਥੇ ਪਹੁੰਚਣਾ ਹੁੰਦਾ ਉਹ ਆਪਣੇ ਆਪ ਪਹੁੰਚ ਜਾਂਦੀ ਆ। ਤਾਂ ਜਿੱਦਾਂ ਦਾਦੂ ਦੀ ਫਿਲਮ 'ਚ ਮੈਂ ਗੀਤ ਲਿਖੇ, ਉਹਨਾਂ ਨਾਲ ਕੰਟੈਕਟ ਹੋਇਆ, ਹਨਾ, ਉਹਨਾਂ ਨਾਲ ਸਕ੍ਰਿਪਟ ਸਾਂਝੀ ਹੋਈ, ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਲਿਖ, ਸਕ੍ਰਿਪਟ ਲਿਖ, ਹਨਾ, ਉਹਨਾਂ ਨੂੰ ਸਟੋਰੀ ਪਤਾ ਚੱਲੀ, ਤਾਂ ਇਸ ਤਰੀਕੇ ਨਾਲ ਇਹਨੂੰ ਐਜ਼ ਏ ਫਿਲਮ ਬਣਨ ਦਾ ਜਿਹੜਾ ਸਬੱਬ ਬਣ ਗਿਆ। ਰਾਈਟਰ ਬਣਨਾ ਪਹਿਲਾਂ ਹੀ ਸ਼ੌਂਕ ਸੀ ਜਾਂ ਜਿਹੜਾ ਆ ਕਿ ਪਿੱਛੋਂ ਕੋਈ ਪਿਛੋਕੜ ਐਸਾ ਸੀ ਕਿ ਉਸ ਨਾਲ ਜਿਹੜਾ ਰਾਈਟਰ ਬਣਿਆ? ਹਾਂਜੀ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਮਤਲਬ ਸਟੋਰੀਜ਼ ਦੇ ਵਿੱਚ, ਫਿਕਸ਼ਨ ਦੇ ਵਿੱਚ ਚੀਜ਼ਾਂ ਜਾਣਨ ਦੇ ਵਿੱਚ ਬਹੁਤ ਇੰਟਰਸਟ ਸੀਗਾ, ਹਨਾ। ਮੇਰੇ ਨਾਨਾ ਜੀ ਸੀਗੇ, ਮੇਰੀ ਮਦਰ ਸੀਗੀ, ਉਹ ਮੈਨੂੰ ਬਹੁਤ ਛੋਟੇ ਹੁੰਦਿਆਂ ਬਹੁਤ ਗੱਲਾਂ ਸਮਝਾਉਣੀਆਂ ਹੁੰਦੀਆਂ ਸੀ, ਤਾਂ ਫੋਕ ਟੇਲਸ ਦੇ ਵਿੱਚੋਂ ਕੈਰੈਕਟਰਸ ਬਣਾ ਕੇ, ਸਟੋਰੀਜ਼ ਬਣਾ ਕੇ ਦੱਸਦੇ, ਜੋ ਮੈਨੂੰ ਬਹੁਤ ਇੰਟਰਸਟਿੰਗ ਲੱਗਦਾ ਸੀ ਕਿ ਕਿੰਨੀ ਇੰਟਰਸਟਿੰਗ ਫਾਰਮ ਹੈ, ਹਨਾ, ਕਿ ਸਟੋਰੀ ਦੇ ਵਿੱਚ ਤੁਸੀਂ ਕਿੰਨਾ ਕੁਝ ਕਹਿ ਸਕਦੇ ਹੋ, ਹਨਾ, ਇਹਦੀ ਕਿੰਨੀ ਸਕੋਪ ਹੈ। ਐਂਡ ਦੈਨ ਉਸ ਤੋਂ ਬਾਅਦ ਟੀਵੀ ਦੇਖਣਾ, ਫਿਲਮਸ ਮਤਲਬ ਮੇਰਾ ਬਹੁਤ ਵੱਡਾ ਪੈਸ਼ਨ ਸੀ, ਹਨਾ। ਬਟ ਇਸ ਫੀਲਡ ਦੇ ਵਿੱਚ, ਇਸ ਮੀਡੀਅਮ ਦੇ ਵਿੱਚ ਮੈਂ ਕਿਵੇਂ ਆਵਾਂ, ਕੀ ਹੋਵੇ, ਉਹ ਮੈਨੂੰ ਕੁਝ ਨਹੀਂ ਪਤਾ ਸੀ। ਮੈਂ ਆਪਣਾ ਕੰਮ ਕਰਦੀ ਰਹੀ, ਮੈਂ ਲਿਟਰੇਚਰ ਦੇ ਵਿੱਚ ਮਾਸਟਰਸ ਇਨ ਇੰਗਲਿਸ਼ ਕੀਤੀ ਹੈ, ਹਨਾ। ਫਿਰ ਮੈਂ ਐਮਫਿਲ ਹੈ ਜਿਹੜੀ ਮੇਰੀ ਡੈਜ਼ਰਟੇਸ਼ਨ ਹੈ ਉਹ ਫਿਲਮਸ 'ਤੇ ਸੀਗੀ। ਦੈਨ ਉਦੋਂ ਮੈਂ ਡਿਸਾਈਡ ਕੀਤਾ। ਟੈਕਨੀਕਲ ਟਰਮਸ ਆ ਰਹੀਆਂ ਨਾ ਵਿੱਚ ਗੱਲ ਕਰਦੇ ਹੋਏ, ਸ਼ੇਡਸ ਆ ਰਹੇ ਨੇ, ਸਟਾਈਲਸ ਆ ਰਹੇ ਨੇ। ਹਾਂਜੀ, ਤਾਂ ਉਹ ਫਿਰ ਉਦੋਂ ਮੈਂ ਡਿਸਾਈਡ ਕੀਤਾ ਕਿ ਫਸਟਲੀ ਹੁਣ ਮੈਂ ਆਪਦੇ ਇੰਟਰਸਟ ਦੇ ਵਿੱਚ ਟਰਾਈ ਕਰਕੇ ਦੇਖੂੰਗੀ, ਮੈਂ ਆਪਣਾ 100% ਦੇਵਾਂਗੀ, ਦੈਨ ਦੇਖਦੇ ਆਂਗੇ ਫਿਰ ਕੀ ਹੁੰਦਾ। ਕਿ ਬਹੁਤ ਸਾਰੇ ਹੋਏ, ਪਰ ਫਿਲਮ ਦੇ ਲਈ ਇੱਕ ਚੈਲੰਜ ਸੀ ਕੋਈ ਵੱਡਾ ਵੀ ਕਿ ਵੀ ਇੱਕ ਫਿਲਮ ਹੈ, ਕਿਉਂਕਿ ਕਈ ਵਾਰ ਇਹ ਹੁੰਦਾ ਨਾ ਅਸੀਂ ਯਾਰ ਸਟੋਰੀ ਤਾਂ ਲਿਖਦੇ ਆ, ਕਰਦੇ ਆ, ਪਰ ਫਿਰ ਇੱਕ ਚੈਲੰਜ ਰਹਿੰਦਾ ਵੀ ਨਹੀਂ ਇਹ ਕਿਵੇਂ ਸੌਰੀ, ਮੈਂ ਤੁਹਾਡੀ ਕਿਵੇਂ ਕੰਪਲੀਟ ਹੋਗੀ, ਇੱਕ ਚੈਲੰਜ ਹੁੰਦਾ ਨਾ, ਇੱਕ ਗੀਤ ਤਾਂ 5 ਮਿੰਟ 'ਚ ਹੁੰਦਾ ਜਾਂ 7 ਮਿੰਟ। ਨਹੀਂ, ਬਿਲਕੁਲ ਉਹਦੇ 'ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਤੁਸੀਂ ਸਕ੍ਰਿਪਟ ਲਿਖਦੇ ਹੋ ਤਾਂ ਤੁਹਾਡੇ ਕੋਲੇ ਤੁਸੀਂ ਇਹ ਵੀ ਦੇਖਣਾ ਕਿ ਕਿਸ ਲੋਕੈਲਿਟੀ 'ਚ ਬਣ ਰਹੀ ਹੈ ਉਹ, ਹਨਾ। ਇਹੀ ਜੇ ਅਸੀਂ ਹਿੰਦੀ ਫਿਲਮ ਬਣਾਵਾਂਗੇ ਤਾਂ ਓਬਵੀਅਸਲੀ ਉਹਦੇ 'ਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਹੋਰ ਮੋਰ ਐਕਸਪਲੋਰ ਕਰ ਸਕਦੇ ਹਾਂ, ਹਨਾ। ਤਾਂ ਪੰਜਾਬੀ 'ਚ ਬਣਾਉਣੀ, ਤੁਸੀਂ ਕਿਸ ਲੋਕੈਲਿਟੀ 'ਚ ਬਣਾਉਣੀ ਹੈ, ਕਿਸ ਤਰ੍ਹਾਂ ਦੀ ਸਾਡੀ ਆਡੀਅנס ਆ, ਉਹਨੂੰ ਵੀ ਧਿਆਨ 'ਚ ਰੱਖਣਾ। ਫਿਰ ਤੁਸੀਂ ਆਪਣੀ ਸਟੋਰੀ ਨਾਲ ਵੀ ਕੰਪਰੋਮਾਈਜ਼ ਨਹੀਂ ਕਰਨਾ, ਤੁਸੀਂ ਆਪਣੇ ਸਬਜੈਕਟ ਨੂੰ ਵੀ ਬਚਾ ਕੇ ਰੱਖਣਾ ਹੈ, ਹਨਾ। ਤਾਂ ਉਹਦੀ ਅਪਰੋਚ ਕੀ ਹੋਵੇ, ਤਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਚੈਲੰਜਸ ਹੁੰਦੇ ਨੇ। ਫਿਰ ਉਹਨੂੰ ਤੁਸੀਂ ਜਿਵੇਂ ਜਿਵੇਂ ਸਮਝਦੇ ਹੋ, ਉਹਨੂੰ ਵਿਚਾਰਦੇ ਹੋ, ਹਨਾ, ਚੀਜ਼ਾਂ ਨੂੰ ਅਬਜ਼ਰਵ ਕਰਦੇ ਹੋ, ਤਾਂ ਤੁਸੀਂ ਉਵੇਂ ਇੰਪਲੀਮੈਂਟ ਕਰਦੇ ਹੋ। ਫਿਰ ਦਾਦੂ ਜਿਹੜੇ ਸੀਗੇ ਉਹਨਾਂ ਨੇ ਹਰ ਟਾਈਮ 'ਤੇ ਮੈਨੂੰ ਗਾਈਡ ਕੀਤਾ, ਉਹਨਾਂ ਦੀਆਂ ਇਨਸਾਈਟਸ, ਉਹਨਾਂ ਦੇ ਸੁਜੈਸ਼ਨਸ ਮੇਰੇ ਲਈ ਬਹੁਤ ਇੰਪੋਰਟੈਂਟ ਸੀਗੇ, ਹਨਾ। ਅਸੀਂ ਇੱਕ ਸੀਨ ਬੈਠ ਕੇ ਡਿਸਕਸ ਕੀਤਾ, ਇੱਕ ਸੀਨ 'ਤੇ ਕੰਮ ਕੀਤਾ। ਤਾਂ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਮੇਰੀ ਬਹੁਤ ਹੈਲਪ ਕੀਤੀ ਹੈ। ਦਾਦੂ ਨੇ ਮੇਰੀ ਕਾਫੀ ਹੈਲਪ ਕੀਤੀ, ਉਹ ਮੈਨੂੰ ਬਹੁਤ, ਉਹਨਾਂ ਨੇ ਮੈਨੂੰ ਗਾਈਡ ਕੀਤਾ। ਸਟੋਰੀ ਜਿਸ ਤਰੀਕੇ ਨਾਲ ਦੇਖਿਆ ਕਿ ਇੱਕ ਟੀਚਰ ਨੇ ਦੋ, ਹਨਾ, ਟੀਚਰ ਦੇ ਲਾਈਨ ਕਿਵੇਂ ਇਹ ਆਈਡੀਆ ਵੀ ਟੀਚਰ ਹੀ ਕਿਉਂ, ਜ਼ਿਆਦਾ ਇਹ ਨਹੀਂ ਆਇਆ ਕਿ ਹੋਰ ਕੁਝ ਹੋਣਾ ਚਾਹੀਦਾ ਕਰੈਕਟਰ, ਟੀਚਰ ਹੀ ਕਿਉਂ ਲੱਗਿਆ ਵੀ ਇਹੀ ਸਟੋਰੀ 'ਚ ਕਰੈਕਟਰ ਜ਼ਿਆਦਾ ਫਿੱਟ ਬਹਿੰਦੇ ਨੇ? ਦੇਖੋ, ਜਦੋਂ ਮੈਂ ਸਟੋਰੀ ਲਿਖ ਰਹੀ ਸੀਗੀ ਤਾਂ ਉਹਦੇ 'ਚ ਜਿਹੜੀ ਮੇਰੀ ਕਰੈਕਟਰ ਹੈ, ਹਨਾ, ਉਹਦੀ ਜਿਹੜੀ ਸਭ ਤੋਂ ਵੱਡੀ ਇੱਛਾ ਮੈਨੂੰ ਇਹ ਲੱਗਦਾ ਕਿ ਉਹਦੀ ਇਹੀ ਹੈ ਕਿ ਉਹ ਨੌਲੇਜ ਜਿਹੜੀ ਹੈ ਉਹ ਵੰਡਣਾ ਚਾਹੁੰਦੀ ਹੈ, ਹਨਾ। ਉਹ ਗਿਆਨ ਵੰਡਣਾ ਚਾਹੁੰਦੀ ਆ, ਉਹ ਲੋਕਾਂ ਦੇ ਬਹੁਤ ਨੇੜੇ ਰਹਿਣਾ ਚਾਹੁੰਦੀ ਆ, ਹਨਾ। ਤਾਂ ਉਹਦੇ 'ਚ ਮੈਨੂੰ ਲੱਗਦਾ
ਲੱਗਦਾ ਟੀਚਿੰਗ ਤੋਂ ਵੱਡਾ ਕੋਈ ਪ੍ਰੋਫੈਸ਼ਨ ਨਹੀਂ ਹੈ ਨਾ। ਐਜ਼ ਐਨ ਇੰਡੀਵਿਜੂਅਲ ਵੀ ਮੈਨੂੰ ਇਹ ਲੱਗਦਾ ਕਿ ਜੋ ਟੀਚਿੰਗ ਜਾਂ ਟੀਚਰ ਦੀ ਇੱਕ ਜੌਬ ਆ ਉਹ ਬਹੁਤ ਵੱਡੀ ਜੌਬ ਹੈ ਨਾ। ਅਤੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਮੈਂ ਕਦੇ ਵੀ ਮੇਰੀ ਖੁਦ ਦੀ ਜਿਹੜੀ ਟ੍ਰੇਨਿੰਗ ਆ ਉਹ ਜਿਹੜੀ ਮੇਰੀ ਸਟੱਡੀ ਆ ਉਹ ਟੀਚਿੰਗ ਲਾਈਨ ਵੱਲ ਜਾਣ ਦੀ ਆ, ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਯਾਰ ਸਿਰਫ ਤਨਖਾਹ ਲੈਣ ਲਈ ਟੀਚਰ ਨਹੀਂ ਬਣਨਾ। ਜੇ ਤੁਹਾਡੇ 'ਚ ਸੱਚੀ ਉਹ ਡੈਡੀਕੇਸ਼ਨ ਹੈਗੀ ਆ ਕਿ ਤੁਸੀਂ, ਤੁਹਾਡੇ ਹੱਥ 'ਚ ਜਨਰੇਸ਼ਨਸ ਨੇ, ਤੁਹਾਡੇ ਹੱਥ 'ਚ ਫਿਊਚਰ ਹੈ ਨਾ, ਉਹ ਛੋਟੇ ਬੱਚੇ ਆ ਜਿਹੜੇ ਉਹਨਾਂ ਨੇ ਅੱਗੇ ਜਾ ਕੇ ਸਾਡੇ ਸਮਾਜ 'ਚ ਕੰਟਰੀਬਿਊਟ ਕਰਨਾ ਹੈ ਨਾ, ਤਾਂ ਤੁਸੀਂ ਸਿਰਫ ਇਸ ਕਰਕੇ ਇਹ ਪ੍ਰੋਫੈਸ਼ਨ ਚੂਜ਼ ਨਹੀਂ ਕਰਨਾ ਕਿ ਤੁਹਾਨੂੰ ਇੱਕ ਮੰਥਲੀ ਇਨਕਮ ਆਊਗੀ, ਤੁਹਾਨੂੰ ਪੈਸੇ ਆਉਣਗੇ। ਨੋ, ਜੇ ਤੁਹਾਡੇ 'ਚ ਉਹ ਡੈਡੀਕੇਸ਼ਨ, ਤੁਸੀਂ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹੋ, ਤੁਸੀਂ ਉਹਨਾਂ 'ਚ ਕੁਛ ਨਾ ਕੁਛ ਐਸਾ ਉਹਨਾਂ ਦੇ ਕਰੈਕਟਰਸ ਬਿਲਡ ਕਰਨਾ ਚਾਹੁੰਦੇ ਹੋ ਜਿਹੜੇ ਸੁਸਾਇਟੀ 'ਚ ਕੁਛ ਅੱਛਾ ਕੰਟਰੀਬਿਊਟ ਕਰਨ, ਤਾਂ ਤੁਸੀਂ ਤਾਂ ਹੀ ਕਰੋ। ਤਾਂ ਜਿਹੜੀ ਰਾਬੀਆ ਉਹਦੇ 'ਚ ਵੀ ਕਿਤੇ ਨਾ ਕਿਤੇ ਸੁਸਾਇਟੀ ਨੂੰ ਕੁਛ ਨਾ ਕੁਛ ਕੰਟਰੀਬਿਊਟ ਕਰਨ ਦੀ ਇੱਛਾ ਹੈ ਨਾ। ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਟੀਚਿੰਗ ਤੋਂ ਇਲਾਵਾ ਮਤਲਬ ਉਹ ਕਿਸੇ ਹੋਰ ਪ੍ਰੋਫੈਸ਼ਨ 'ਚ ਉਹਨੂੰ ਜਾਣਾ ਚਾਹੀਦਾ ਸੀ। ਤਾਂ ਇਸ ਕਰਕੇ ਨੈਚੁਰਲੀ ਉਹਦਾ ਜਿਵੇਂ ਉਹ ਮੇਰੇ ਮਾਈਂਡ 'ਚ ਉਹਦਾ ਕਰੈਕਟਰ ਆਉਂਦਾ ਸੀ, ਤਾਂ ਮੈਨੂੰ ਉਹਦਾ ਟੀਚਿੰਗ ਹੀ ਮੈਨੂੰ ਉਹਦਾ ਜਿਹੜਾ ਹੈਗਾ ਪ੍ਰੋਫੈਸ਼ਨ ਲੱਗਦਾ ਸੀ। ਚੇਂਜਿੰਗ ਹੋਈ ਸਟੋਰੀ ਜਾ ਕੇ ਔਨ ਸਕਰੀਨ ਜਾਂ ਕੈਮਰੇ ਤੇ ਕੰਮ ਕਰਨੇ ਸ਼ੁਰੂ ਹੁੰਦਾ ਤੇ ਕੁਝ ਬਦਲਾਵ ਹੋਏ, ਜਾਂ ਫਿਰ ਜਿਵੇਂ ਤੁਸੀਂ ਕੀਤਾ ਸੀ ਸਾਰਾ ਕੁਝ ਉਹੀ ਚੱਲਦਾ ਹੈ? ਨਹੀਂ, ਕੁਛ ਵੀ ਐਸਾ ਬਦਲਾਵ ਨਹੀਂ ਹੋਇਆ। ਹਾਂਜੀ, ਜ਼ਰੂਰ ਜੋ ਕੁਛ ਮਤਲਬ ਚੀਜ਼ਾਂ ਸਾਨੂੰ ਸਾਡੇ ਸੀਨਸ ਜੇ ਅਸੀਂ ਕਿਸੇ ਉਹਦੇ ਨਾਲ ਬਣਾਏ ਆ, ਉਹਨਾਂ ਦੀ ਇੱਕ ਇੰਟੈਂਸ਼ਨ ਆ ਕਿ ਉਹ ਇਹ ਥਾਟ ਕਨਵੇ ਕਰਨਗੇ, ਇਹ ਚੀਜ਼ ਕਨਵੇ ਕਰਨਗੇ, ਜੇ ਉਹਦੇ 'ਚ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਕਿ ਨਹੀਂ ਹੋ ਰਿਹਾ, ਤਾਂ ਉਹਦੇ 'ਤੇ ਅਸੀਂ ਕੰਮ ਕਰਦੇ ਸੀ ਕਿ ਪ੍ਰੋਪਰ ਸਾਡੀ ਗੱਲ ਕਨਵੇ ਹੋ ਰਹੀ ਆ। ਮਤਲਬ ਜੋ ਅਸੀਂ ਇਹ ਸੀਨ ਨੂੰ ਜਿਸ ਚੀਜ਼ ਕਰਕੇ ਬਣਾਇਆ, ਤਾਂ ਉਹਦੇ 'ਤੇ ਸਾਡੀ ਡਿਸਕਸ਼ਨ ਹੁੰਦੀ ਸੀ। ਜੇ ਉਹਦੇ 'ਚ ਸਾਨੂੰ ਜਾਂ ਦਾਦੂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਕੁਛ ਸਾਡਾ ਰਹਿ ਰਿਹਾ, ਕਿ ਇਹਨੂੰ ਹੋਰ ਸ਼ਾਰਪ ਕਰੀਏ ਜਾਂ ਇਹਨੂੰ ਹੋਰ ਡਿਟੇਲਡ ਕਰੀਏ, ਤਾਂ ਉਹਦੇ 'ਤੇ ਹੁੰਦਾ ਸੀ। ਬਾਕੀ ਐਸਾ ਕੁਛ ਨਹੀਂ ਕਿ ਸਾਨੂੰ ਕੁਛ ਮੇਜਰ ਚੇਂਜਸ ਅਸੀਂ ਜਿਹੜੇ ਆ ਕੀਤੇ ਹੋਣ। ਸਟੋਰੀ ਲਿਖੀ ਹੈ, ਫੀਲ ਵੀ ਕੀਤਾ, ਮਹਿਸੂਸ ਕੀਤਾ, ਹਾਲਾਂਕਿ ਅਸੀਂ ਦੇਖਾਂਗੇ ਕੁਝ ਟਾਈਮ ਲਈ ਦੇਖਾਂਗੇ, ਜਿਨ੍ਹਾਂ ਨੇ ਬਣਾਈ ਆ ਉਹ ਕੁਝ ਟਾਈਮ ਲਈ ਨਾਲ ਜੁੜੇ, ਪਰ ਤੁਸੀਂ ਇਹਨੂੰ ਬਹੁਤ ਟਾਈਮ ਤੋਂ ਜੁੜੇ ਹੋਏ ਸੀਗੇ। ਕਿਹਨੂੰ ਕਸੂਰਵਾਰ ਮੰਨਦੇ ਹੋ ਇਹ ਸਾਰੀਆਂ ਚੀਜ਼ਾਂ ਦੇ ਲਈ? ਦੇਖੋ, ਕਸੂਰਵਾਰ ਐਜ਼ ਸੱਚ ਕੋਈ ਇੱਕ ਨਹੀਂ ਹੁੰਦਾ। ਕਸੂਰਵਾਰ ਜਾਂ ਕਸੂਰਵਾਰ ਸ਼ਬਦ ਮੈਨੂੰ ਨਹੀਂ ਪਤਾ ਕਿ ਸਹੀ ਹੈ ਜਾਂ ਨਹੀਂ ਸਹੀ। ਇਹ ਸਾਡਾ ਸਿਸਟਮ ਹੈ ਨਾ, ਜਿਹੜਾ ਸਾਡੇ ਆਲੇ ਦੁਆਲੇ ਇੱਕ ਬਹੁਤ ਟਾਈਮ ਨਾਲ ਬਿਲਡ ਹੋਇਆ। ਉਹਦੇ 'ਚ ਬਹੁਤ ਸਾਰੀਆਂ ਇੱਕ ਧਾਰਨਾਵਾਂ ਹੁੰਦੀਆਂ ਨੇ ਹੈ ਨਾ, ਜਿਹੜੀਆਂ ਕਿ ਇੱਕ ਲੰਬੇ ਸਮੇਂ ਤੱਕ ਜਦੋਂ ਪ੍ਰੈਕਟਿਸ ਹੁੰਦੀਆਂ ਰਹਿੰਦੀਆਂ ਨੇ ਤਾਂ ਉਹ ਪੱਕ ਜਾਂਦੀਆਂ ਨੇ ਹੈ ਨਾ, ਕਿ ਕੁੜੀਆਂ ਨੂੰ ਅਸੀਂ ਇਸ ਵੇ ਦੇਖਣਾ, ਮੁੰਡਿਆਂ ਨੂੰ ਅਸੀਂ ਇਸ ਵੇ ਦੇਖਣਾ। ਤਾਂ ਉਹ ਧਾਰਨਾਵਾਂ ਨੂੰ ਜਦੋਂ ਵੀ ਕੋਈ ਚੈਲੰਜ ਕਰਦਾ ਹੈ ਨਾ, ਥੋੜ੍ਹਾ ਬਹੁਤ ਉਹਦੇ ਨਾਲ ਉਹਨਾਂ ਨੂੰ ਹਿਲਾਉਂਦਾ, ਤਾਂ ਇੱਕ ਹਲਚਲ ਪੈਦਾ ਹੁੰਦੀ ਹੈ, ਇੱਕ ਡਿਸਟਰਬੈਂਸ ਹੁੰਦੀ ਹੈ ਕਿ ਐਂ ਕਿਵੇਂ ਹੋ ਸਕਦਾ ਹੈ ਨਾ। ਅਸੀਂ ਇਹ ਨਹੀਂ ਸੋਚਦੇ ਕਿ ਉਹ ਸਹੀ ਵੀ ਹੋ ਸਕਦਾ ਜਾਂ ਗਲਤ। ਸਾਨੂੰ ਇਹ ਲੱਗਦਾ ਜਦੋਂ ਵੀ ਉਹਨਾਂ ਧਾਰਨਾਵਾਂ ਨਾਲ ਥੋੜ੍ਹੀ ਬਹੁਤ ਛੇੜਛਾੜ ਹੁੰਦੀ ਹੈ, ਕੋਈ ਉਹਨਾਂ ਨੂੰ ਚੈਲੰਜ ਕਰਦਾ, ਤਾਂ ਇੱਕ ਡਿਸਟਰਬੈਂਸ ਹੁੰਦੀ ਹੈ। ਰਾਈਟਰ ਵਾਲੀ ਲੈਂਗੁਏਜ ਨੂੰ ਛੱਡ ਕੇ ਕੁੜੀ ਦੀ ਲੈਂਗੁਏਜ ਦੱਸੋ ਵੀ ਕੀ ਲੱਗਦਾ ਆ? ਇੱਕ ਕੁੜੀ ਦੀ ਲੈਂਗੁਏਜ ਵੀ ਮੈਨੂੰ ਲੱਗਦਾ ਇਹੀ ਹੈ ਕਿ ਜਦੋਂ ਕਦੇ ਉਹ ਕੁੜੀਆਂ ਬਾਰੇ ਪੱਕ ਚੁੱਕੀਆਂ ਗੱਲਾਂ ਹੈ ਨਾ, ਕਿ ਜਿਵੇਂ ਮੈਂ ਫੋਰ ਐਗਜ਼ਾਮਪਲ ਕਹਾਂ ਕਿ ਸਾਡੀਆਂ ਜ਼ਿਆਦਾਤਰ ਕੁੜੀਆਂ ਨੂੰ ਇਸ ਤਰੀਕੇ ਟ੍ਰੇਨ ਕੀਤਾ ਜਾਂਦਾ ਕਿ ਯਾਰ ਉਹ ਟੀਚਰ ਬਣਨ, ਕਿ ਜ਼ਿਆਦਾ ਕੁੜੀਆਂ ਨੂੰ ਉਹਨਾਂ ਦੇ ਘਰ ਦੇ ਚਾਹੁੰਦੇ ਨੇ ਕਿ ਉਹ ਟੀਚਿੰਗ ਲਾਈਨ 'ਚ ਜਾਣ, ਕਿਉਂਕਿ ਇੱਕ ਸੇਫ ਜੌਬ ਹੈ। ਠੀਕ ਆ, ਉਹਨੂੰ ਉਹਦੇ ਵਿਆਹ ਕਰਨ 'ਚ ਵੀ ਆਸਾਨੀ ਹੋਊਗੀ ਕਿ ਟੀਚਰ ਹੈ ਕੁੜੀ, ਐਂਡ ਇਨ-ਲॉज ਨੂੰ ਵੀ ਟਾਈਮਿੰਗ ਵੀ ਪਰਫੈਕਟ ਹੈ ਨਾ। ਤਾਂ ਉਵੇਂ ਦੀਆਂ ਬਹੁਤ ਚੀਜ਼ਾਂ ਨੇ। ਜੇ ਕੋਈ ਕੁੜੀਆਂ ਉਸ ਤੋਂ ਪਰੇ ਹੋ ਕੇ ਸੁਪਨਾ ਦੇਖਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਉਹਦੇ ਤੋਂ ਪਰੇ ਹੋ ਕੇ ਆਪਦੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੀਆਂ, ਤਾਂ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ, ਕਿਉਂਕਿ ਉਹ ਇੱਕ ਪੱਕੀਆਂ ਹੋਈਆਂ ਧਾਰਨਾਵਾਂ ਨੂੰ ਠੁਕਰਾਉਂਦੀਆਂ ਨੇ ਹੈ ਨਾ, ਉਹਨਾਂ ਤੋਂ ਪਾਰ ਜਾਂਦੀਆਂ ਨੇ। ਤਾਂ ਉਹ ਸਮੱਸਿਆਵਾਂ ਨੇ ਹੈ ਨਾ। ਤਾਂ ਉਹ ਜਦੋਂ ਉਹਨਾਂ ਦੀ ਗੱਲ ਕਰਦੀਆਂ ਜਾਂ ਉਹ ਕਹਿੰਦੀ ਨਹੀਂ ਮੰਨਦੀਆਂ ਹੈ ਨਾ, ਤਾਂ ਫਿਰ ਉਹ ਦਿੱਕਤ ਆਉਂਦੀ ਆ ਕਿਤੇ ਨਾ ਕਿਤੇ। ਤਾਂ ਉਹੀ ਦਿੱਕਤਾਂ ਨੇ ਵੀ ਜਿਹੜੀਆਂ ਆਪਾਂ ਨੂੰ ਐਡਰੈਸ ਕਰਨ ਦੀ ਲੋੜ ਆ, ਸਮਝਣ ਦੀ ਲੋੜ ਆ। ਜਿਹੜੇ ਪੇਰੈਂਟਸ ਹੁੰਦੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਮੀ ਰਹਿੰਦੀ ਹੈ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਕੁੜੀ ਠੀਕ ਹੈ, ਚੀਜ਼ 'ਚੋਂ ਵਾਪਰੀ ਘਟਨਾ ਉਹਦੇ ਨਾਲ ਉਹ ਜਾ ਕੇ ਦੱਸਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ, ਪਰ ਉਹ ਤਾਂ ਨਹੀਂ ਦੱਸ ਪਾਉਂਦੀ ਵੀ ਮੇਰੀ ਕਿਤੇ ਜੌਬ ਨਾ ਚੱਲ ਜਾਵੇ ਜਾਂ ਮੈਨੂੰ ਸਕੂਲ ਤੋਂ ਨਾ ਹਟਾ ਲੈਣ ਮੇਰੀ ਯੂਨੀਵਰਸਿਟੀ। ਉਹੀ ਮੈਂ ਕਹਿ ਰਹੀ ਹਾਂ ਕਿ ਜਿਹੜਾ ਸਾਡਾ ਸਮਾਜ ਹੈ ਜਾਂ ਸਾਡਾ ਪਰਿਵਾਰ ਹੈ ਹਨਾ, ਉਹ ਸਾਡੇ ਸਮਾਜ ਤੋਂ ਅੱਡ ਨਹੀਂ ਹੈ। ਸਾਡਾ ਪਰਿਵਾਰ ਆ ਜਿਹੜਾ, ਉਹ ਵੀ ਐਂ ਕਿਉਂ ਸੋਚਦਾ। ਬਹੁਤ ਵਾਰ ਸਾਡੇ ਪੇਰੈਂਟਸ ਕਹਿ ਦਿੰਦੇ ਆ ਵੀ ਅਸੀਂ ਮਜਬੂਰ ਹੈ ਹਨਾ, ਜੇ ਸਾਡਾ ਵੱਸ ਚੱਲਦਾ ਅਸੀਂ ਤੈਨੂੰ ਇਹ ਕਰਨ ਦਿੰਦੇ, ਕਿਉਂਕਿ ਉਹਨਾਂ ਨੂੰ ਇੱਕ ਸਰਾਊਂਡਿੰਗ ਦਾ ਡਰ ਖਾਂਦਾ, ਉਹ ਜਿਹੜੀ ਸੁਸਾਇਟੀ 'ਚ ਰਹਿੰਦੇ ਆ ਉਹਦਾ ਡਰ ਖਾਂਦਾ ਉਹਨਾਂ ਨੂੰ ਹੈ ਨਾ। ਤਾਂ ਸਾਡਾ ਸਿਸਟਮ ਹੀ ਇਸ ਤਰੀਕੇ ਨਾਲ ਬਿਲਡਅਪ ਹੋਇਆ ਕਿ ਸਾਡੇ ਪੇਰੈਂਟਸ ਵੀ ਮਜਬੂਰ ਹੁੰਦੇ ਆ ਉਸ ਤਰੀਕੇ ਬਿਹੇਵ ਕਰਨ 'ਚ, ਉਹ ਵੀ ਉਸ ਤੋਂ ਪਰੇ ਹੋ ਕੇ ਬਿਹੇਵ ਨਹੀਂ ਕਰ ਸਕਦੇ ਹੈ ਨਾ। ਤਾਂ ਉਹਦੇ 'ਚ ਇਹੀ ਹੁੰਦਾ, ਸਾਡੀ ਫਿਲਮ ਇਸੇ ਚੀਜ਼ ਬਾਰੇ ਆ ਕਿ ਅਸੀਂ ਫੈਮਿਲੀ 'ਚ, ਅਸੀਂ ਸੁਸਾਇਟੀ 'ਚ, ਅਸੀਂ ਉਹਨਾਂ ਦੇ ਕੁੜੀਆਂ ਦੇ ਕੰਮ ਕਰਨ ਵਾਲੀ ਫੀਲਡ 'ਚ ਉਹਨਾਂ ਨੂੰ ਥੋੜ੍ਹੀ ਸਪੇਸ ਦਈਏ ਕਿ ਉਹਨਾਂ ਕੋਲ ਐਟਲੀਸਟ ਸ਼ੇਅਰ ਕਰਨ ਦੀ ਸਪੇਸ ਹੋਵੇ ਹੈ ਨਾ। ਤਾਂ ਇਹੀ ਸਾਡੀ ਫਿਲਮ ਜਿਹੜੀ ਹੈਗੀ ਆ ਉਹ ਇਸੇ ਕਨਸੈਪਟ ਦੀ ਗੱਲ ਕਰਦੀ ਆ ਕਿ ਅਸੀਂ ਕੁੜੀਆਂ ਲਈ ਥੋੜ੍ਹੇ ਜਿਹੇ ਸੈਂਸਿਟਿਵ ਹੋਈਏ, ਉਹਨਾਂ ਨੂੰ ਗੱਲ ਕਰਨ ਦਾ ਮੌਕਾ ਦਈਏ ਹਰ ਇੱਕ ਫੀਲਡ ਦੇ ਵਿੱਚ। ਸਵਾਲ
ਪੇਰੈਂਟਸ ਦਾ ਕੀ ਰਿਐਕਸ਼ਨ ਸੀ ਤੁਹਾਡੇ ਦਾ, ਖਾਸ ਕਰਕੇ ਮਦਰ ਦਾ, ਫਾਦਰ ਦਾ ਕੀ? ਉਹਨਾਂ ਦਾ ਬਹੁਤ ਅੱਛਾ ਰਿਐਕਸ਼ਨ ਸੀਗਾ ਕਿਉਂਕਿ ਉਹਨਾਂ ਨੇ ਐਕਸਪੈਕਟ ਨਹੀਂ ਕੀਤਾ ਸੀਗਾ। ਪਹਿਲਾਂ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਇੰਨੇ ਵੱਡੇ ਲੈਵਲ ਤੇ ਸਾਡੀ ਕੁੜੀ ਕੰਮ ਕਰ ਰਹੀ। ਉਹਨਾਂ ਨੂੰ ਲੱਗਦਾ ਸੀ ਕਿ ਮੇਬੀ ਚਲੋ ਅੱਛਾ ਕੋਈ ਫਿਲਮ ਹੋਣੀ ਹੈ ਜੇ ਕਰੀ। ਜਦੋਂ ਮੈਂ ਉਹਨਾਂ ਨੂੰ ਦੱਸਦੀ ਸੀ ਕਿ ਅੱਛਾ ਸਰਤਾਜ ਮੇਰੀ ਫਿਲਮ 'ਚ ਆ, ਨੀਰੂ ਬਾਜਵਾ ਮੇਰੀ, ਉਹਨਾਂ ਨੂੰ ਬਿਲੀਵ ਨਹੀਂ ਹੁੰਦਾ ਸੀਗਾ ਛੇਤੀ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਅੱਛਾ ਕੁਛ ਛੋਟਾ ਮੋਟਾ ਹੋਊਗਾ ਜਾਂ ਕੁਝ ਵੀ ਹੈ ਨਾ। ਤਾਂ ਹੁਣ ਜਦੋਂ ਉਹਨਾਂ ਨੂੰ ਲੱਗਦਾ ਜਾਂ ਉਹਨਾਂ ਨੂੰ ਲੋਕ ਦੱਸਦੇ ਆ ਕਿ ਅੱਛਾ ਹਾਂ ਤੁਹਾਡੀ ਕੁੜੀ ਦੀ ਫਿਲਮ ਆ ਰਹੀ ਹੈ ਜਾਂ ਕੁਛ, ਤਾਂ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਹੈ ਐਂਡ ਬਹੁਤ ਚੀਜ਼ਾਂ ਉਹ ਸਮਝ ਵੀ ਨਹੀਂ ਪਾਉਂਦੇ। ਫਿਰ ਮੈਨੂੰ ਪੁੱਛਦੇ ਆ ਵੀ ਅੱਛਾ ਇਹ ਚੀਜ਼ ਹੈ ਫਿਲਮ 'ਚ ਹੀ ਐਵੇਂ ਹੋਊਗੀ, ਤਾਂ ਉਹ ਵੀ ਟਰਾਈ ਕਰ ਰਹੇ ਆ ਸਮਝਣ ਦੀ, ਬਟ ਆਬਵੀਅਸਲੀ ਉਹ ਬਹੁਤ ਖੁਸ਼ ਨੇ। ਆਡੀਅנס ਨੂੰ ਮੈਂ ਇਹੀ ਕਹੂੰਗੀ ਕਿ ਅਸੀਂ ਬਹੁਤ ਮਿਹਨਤ ਨਾਲ ਫਿਲਮ ਬਣਾਈ ਆ, ਤੁਹਾਡੇ ਹਰ ਤਰ੍ਹਾਂ ਦੇ ਰੰਗ ਦਾ ਅਸੀਂ ਧਿਆਨ ਰੱਖਿਆ ਜੋ ਤੁਸੀਂ ਚਾਹੁੰਦੇ ਹੋ ਹੈ ਨਾ ਇੱਕ ਫਿਲਮ 'ਚ ਹੋਵੇ। ਸੋ ਪਲੀਜ਼ 3 ਫਰਵਰੀ ਨੂੰ ਸਾਡੀ ਫਿਲਮ ਦੇਖਣ ਜਾਓ ਤੇ ਅਸੀਂ ਤੁਹਾਡੇ ਹਰ ਤਰ੍ਹਾਂ ਦੇ ਰਿਵਿਊਜ਼ ਲਈ ਰੈਡੀ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਜੀ। ਸੋ ਫਿਲਮ ਦੇ ਰਾਈਟਰ ਸਾਡੇ ਨਾਲ ਸੀਗੇ, ਫਿਲਮ ਉੱਤੇ ਚਰਚਾ ਹੋਈ ਹੈ ਤੇ ਕਿਵੇਂ ਇੱਕ ਲੜਕੀ ਹੈ ਜਿਹੜੀ ਉਹ ਅਸਲੀਅਤ ਨੂੰ ਫੇਸ ਕਰਦੀ ਹੈ ਉਸ ਉੱਤੇ ਵੀ ਚਰਚਾ ਹੋਈ ਹੈ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਣੀ। ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਦੇਖ ਰਹੇ ਟੀਵੀ ਪੰਜਾਬ। ਧੰਨਵਾਦ।